हेलो स्टूडेंट्स, बेटा अज आप करना है एसिडिटी ऑफ एरोमैटिक एसिड्स। ठीक है, सब तो पहला तुसी याद रखना एरोमैटिक एसिड्स किहड़े हुंदे आ। एरोमैटिक एसिड्स ਉਹ ਐਸਿਡ ਹੁੰਦੇ ਆ ਜਿਨ੍ਹਾਂ ਦੇ ਵਿੱਚ ਮੈਕਸੀਮਮ ਤੁਸੀਂ ਯਾਦ ਰੱਖਣਾ ਕਿ ਬੈਂਜ਼ੀਨ ਰਿੰਗ ਲੱਗੀ ਹੋਈ ਆ। ਇਹਨਾਂ ਨੂੰ ਆਪਾਂ ਕਿਆ ਬੋਲਦੇ ਪਏ ਆ, ਐਰੋਮੈਟਿਕ ਐਸਿਡਸ। ਠੀਕ ਹੈ, ਜਿੱਦਾਂ ਇੱਕ ਸਾਡੇ ਕੋਲ ਸਿੰਪਲ ਐਸਿਡ ਲਿਖ ਲਿਆ ਮੈਂ C+O, ਇਹ ਹੁੰਦਾ ਬੇਸਿਕਲੀ ਫਾਰਮਿਕ ਐਸਿਡ, ਜਾਂ ਆਪਾਂ ਇਹਨੂੰ ਮੈਥੇਨੋਇਕ ਐਸਿਡ ਬੋਲ ਦਿੰਦੇ ਆ। ਠੀਕ ਹੈ, ਫਾਰਮਿਕ ਐਸਿਡ ਬੋਲਦੇ ਹੋ। ਜੇ ਆਪਾਂ ਆਪ ਵਾਲੇ H ਰਿਮੂਵ ਕਰਕੇ ਬੈਂਜ਼ੀਨ ਰਿੰਗ ਲਾ ਦਈਏ, ਇਹ ਵਾਲਾ ਜਿਹੜਾ ਇਹਦੀ ਜਗ੍ਹਾ ਆਪਾਂ ਕਿਆ ਲਾਤੀ ਬੈਂਜ਼ੀਨ ਰਿੰਗ, ਫਿਰ ਕੀ ਬਣ ਜਾਂਦਾ ਇਹ ਬੈਂਜ਼ੋਇਕ ਐਸਿਡ। ਠੀਕ ਹੈ, ਜੇ ਹੁਣ ਆਪਾਂ ਇਹਨਾਂ ਦੋਨਾਂ ਨੂੰ ਕੰਪੇਅਰ ਕਰਨਾ ਹੋਵੇ ਆਊਟ ਆਫ ਬੈਂਜ਼ੋਇਕ ਐਸਿਡ ਐਂਡ ਫਾਰਮਿਕ ਐਸਿਡ ਵਿਚ ਇਜ਼ ਮੋਰ ਐਸਿਡਿਕ। ਠੀਕ ਹੈ, ਤੇ ਇਹਦੇ ਲਈ ਤੁਸੀਂ ਲਿਖ ਦੇਣਾ ਕਿ ਜਿਹੜਾ ਬੈਂਜ਼ੋਇਕ ਐਸਿਡ ਹੁੰਦਾ ਆ, ਠੀਕ ਹੈ, ਜਿਹੜਾ ਬੈਂਜ਼ੋਇਕ ਐਸਿਡ ਹੁੰਦਾ ਉਹ ਵੀਕਰ ਐਸਿਡ ਹੁੰਦਾ ਹੈ। ਬੈਂਜ਼ੋਇਕ ਐਸਿਡ क्या लिखना है, रीजन भी नालों नाल ही कर लेने हैं। बेंजोइक एसिड इज वीकर एसिड देन फॉर्मिक एसिड। ठीक है, बेंजोइक एसिड इज वीकर एसिड देन फॉर्मिक एसिड क्यों हुंदा है, ਇਹਦੇ ਵਿੱਚ ਜਿਹੜਾ ਬੈਂਜ਼ੀਨ ਰਿੰਗਾਂ ਨੇ ਦੋ ਤਰ੍ਹਾਂ ਦੇ ਇਫੈਕਟ ਸ਼ੋ ਕਰਦੀ ਪਈ ਹੈ। ਇੱਕ ਤਾਂ ਇਹਦਾ ਇਫੈਕਟ ਹੁੰਦਾ -I ਇਫੈਕਟ, ਇਹਨੂੰ ਬੈਂਜ਼ੀਨ ਨਹੀਂ, ਬੇਸਿਕਲੀ ਇਹਨੂੰ ਆਪਾਂ ਫਿਨਾਈਲ ਗਰੁੱਪ ਬੋਲਾਂਗੇ। ਹੁਣ ਕਿਆ ਬੋਲਾਂਗੇ, ਫਿਨਾਈਲ ਗਰੁੱਪ। ਇੱਕ ਇਹ ਇਫੈਕਟ ਸ਼ੋ ਕਰਦੀ ਹੈ -I ਇਫੈਕਟ। -I ਮੀਨਸ ਇਲੈਕਟ੍ਰੋਨ ਵਿਦ ਡਰਾਇੰਗ ਇਫੈਕਟ। ਕਿਹੜਾ ਇਫੈਕਟ ਸ਼ੋ ਕਰਦੀ ਹੈ, ਇਲੈਕਟ੍ਰੋਨ ਵਿਦ ਡਰਾਇੰਗ ਇਫੈਕਟ। ठीक है, ਹੁਣ ਆਪਾਂ ਪਿੱਛੇ ਪੜ੍ਹਿਆ ਹੋਇਆ ਹੈ ਜਿਹੜਾ ਇਲੈਕਟ੍ਰੋਨ ਵਿਦ ਡਰਾਇੰਗ ਇਫੈਕਟ ਆ ਜਾਂ -I ਇਫੈਕਟ ਆ, ਉਹਦੇ ਕਰਕੇ ਐਸਿਡਿਕ ਸਟਰੈਂਥ ਕੀ ਹੁੰਦੀ ਆ, ਐਸਿਡਿਕ ਸਟਰੈਂਥ ਇਨਕਰੀਜ਼ ਹੁੰਦੀ ਹੈ। ਕਿਉਂ ਹੁੰਦੀ ਹੈ, ਉਹ ਤਾਂ ਚੀਜ਼ ਆਪਾਂ ਪੜ੍ਹੀ ਹੋਈ ਆ। ਠੀਕ ਹੈ, ਇੱਕ ਤੁਸੀਂ ਯਾਦ ਰੱਖਣਾ ਕਿ ਫਿਨਾਈਲ ਗਰੁੱਪ ਦਾ ਕਿਹੜਾ ਨੇਚਰ ਆ, ਇਹਦਾ ਇਲੈਕਟ੍ਰੋਨ ਵਿਦ ਡਰਾਇੰਗ ਨੇਚਰ ਆ। ਹੁਣ ਦੇਖੋ, ਇਹਨੂੰ ਆਪਾਂ ਇਸ ਤਰ੍ਹਾਂ ਪੜ੍ਹ ਲੈਂਦੇ ਹਾਂ, ਡਰੋ ਕਰਕੇ ਹੀ ਦੇਖ ਲੈਂਦੇ ਹਾਂ। ਇਹ ਸਾਡੇ ਕੋਲ ਫਿਨਾਈਲ ਆ ਗਈ। ਗਰਮੀ ਉਹ ਇੱਧਰ ਲੱਗਣੀ ਸੀ ਬੱਚੇ, ਗਰਮੀ ਬਹੁਤ ਆ, ਪਤਾ ਨਹੀਂ ਲੱਗਦਾ ਪਿਆ ਅੱਜ। ਹੁਣ ਇਹਨੂੰ ਐਸਿਡ ਕਦੋਂ ਬੋਲਾਂਗੇ, ਜਦੋਂ H ਪੋਜ਼ਿਟਿਵ ਬਾਹਰ ਜਾਊਗਾ। ਠੀਕ ਹੈ, ਇੱਕ ਤਾਂ ਆਕਸੀਜਨ ਤੇ ਹਾਈਡਰੋਜਨ ਦੇ ਵਿੱਚੋਂ ਆਕਸੀਜਨ ਇਲੈਕਟ੍ਰੋਨੈਗੇਟਿਵ ਆ, ਇਹਨੇ ਹਾਈਡਰੋਜਨ ਕੋਲੋਂ ਇਲੈਕਟ੍ਰੋਨ ਖੋਣ ਦੀ ਕੋਸ਼ਿਸ਼ ਕਰਨੀ ਹੈ। ਜਦੋਂ ਇਲੈਕਟ੍ਰੋਨ ਖਿੱਚਣੇ ਆ, ਇਹਨੇ H ਪੋਜ਼ਿਟਿਵ ਬਾਹਰ ਨਿਕਲ ਜਾਣਾ। ਬਟ ਇਹ ਜਿਹੜਾ ਗਰੁੱਪ ਆ, ਇਹਦਾ ਨੇਚਰ ਹੁੰਦਾ ਇਲੈਕਟ੍ਰੋਨ ਵਿਦ ਡਰਾਇੰਗ। ਮੀਨਸ ਪਹਿਲਾਂ ਤਾਂ ਜੇ ਆਪਾਂ ਇਹ ਵਾਲੇ ਕੇਸ ਸਿਰਫ ਇਸ ਦੇ -I ਇਫੈਕਟ ਦੇ ਅਕੋਰਡਿੰਗ ਦੇਖੀਏ, ਪਹਿਲਾਂ ਇਹਦੇ ਵਿੱਚ ਸਿਰਫ H ਸੀਗਾ। H ਦਾ ਕੋਈ ਨੇਚਰ ਨਹੀਂ ਹੁੰਦਾ। ਠੀਕ ਹੈ, ਨਾ ਇਲੈਕਟ੍ਰੋਨ ਰਿਲੀਜ਼ ਕਰਦਾ ਪਿਆ, ਨਾ ਵਿਦਡਰਾ ਕਰਦਾ ਪਿਆ। ਠੀਕ ਹੈ, ਬਟ ਜੇ ਆਪਾਂ ਉਹਦੇ ਅਕੋਰਡਿੰਗ ਫਿਨਾਈਲ ਗਰੁੱਪ ਨੂੰ ਚੈੱਕ ਕਰੀਏ, ਫਿਨਾਈਲ ਗਰੁੱਪ ਦਾ ਕਿਹੜਾ ਨੇਚਰ ਆ, ਵਿਦ ਡਰਾਇੰਗ। ਹੁਣ ਇਹ ਆਕਸੀਜਨ ਤਾਂ ਖਿੱਚੇ ਹੀ ਖਿੱਚ ਰਹੇ ਆ। ਠੀਕ ਹੈ, ਨਾਲ ਇੱਕ ਹੋਰ ਗਰੁੱਪ ਆ ਗਿਆ ਜਿਹੜਾ ਇਲੈਕਟ੍ਰੋਨ ਖਿੱਚਣੇ ਚਾਹੁੰਦਾ ਆ। ਠੀਕ ਹੈ, ਇਹਦੇ ਕਰਕੇ H ਪੋਜ਼ਿਟਿਵ ਨੇ ਜਲਦੀ ਬਾਹਰ ਜਾਣਾ ਹੈ। ਤੁਸੀਂ ਯਾਦ ਕੀ ਰੱਖਣਾ ਕਿ ਫਿਨਾਈਲ ਗਰੁੱਪ ਦਾ ਜਿਹੜਾ ਇਲੈਕਟ੍ਰੋਨ ਵਿਦ ਡਰਾਇੰਗ ਇਫੈਕਟ ਹੁੰਦਾ ਆ, ਉਹਦੇ ਕਰਕੇ ਐਸਿਡਿਕ ਸਟਰੈਂਥ ਕੀ ਹੋਣੀ ਚਾਹੀਦੀ ਹੈ, ਇਨਕਰੀਜ਼ ਹੋਣੀ ਚਾਹੀਦੀ ਹੈ। ਹਾਲੇ ਮੈਂ ਕਨਕਲੂਡ ਨਹੀਂ ਕੀਤਾ ਹੁੰਦੀ ਆ ਕਿ ਨਹੀਂ ਹੁੰਦੀ, ਬਟ -I ਇਫੈਕਟ ਦੇ ਅਕੋਰਡਿੰਗ ਜਿਹੜਾ ਬੈਂਜ਼ੋਇਕ ਐਸਿਡ ਆ, ਇਹ ਮੋਰ ਐਸਿਡਿਕ ਹੋਣਾ ਚਾਹੀਦਾ ਹੈ ਐਸ ਕੰਪੇਅਰ ਟੂ ਫਾਰਮਿਕ ਐਸਿਡ, ਚਾਹੀਦਾ ਹੈ। ਠੀਕ ਹੈ ਨਾ, ਬਟ ਕਨਫਰਮ ਨਿਗਾ ਹਾਲੇ, ਕਿਉਂਕਿ ਜਿਹੜਾ ਫਿਨਾਈਲ ਗਰੁੱਪ ਹੁੰਦਾ ਆ, ਇਹ ਇੱਕ ਹੋਰ ਇਫੈਕਟ ਸ਼ੋ ਕਰਦਾ ਪਿਆ ਜਿਹਨੂੰ ਆਪਾਂ ਬੋਲਦੇ ਹਾਂ ਮੈਜ਼ੋਮੈਰਿਕ ਇਫੈਕਟ। ਕਿਆ ਬੋਲਦੇ हैं, ਮੈਜ਼ੋਮੈਰਿਕ ਇਫੈਕਟ। बेटा ਮੈਜ਼ੋਮੈਰਿਕ ਇਫੈਕਟ ਦੇ ਅਕੋਰਡਿੰਗ ਤੁਸੀਂ ਆਹ ਚੀਜ਼ ਦੇਖਣੀ ਹੈ। ਪਹਿਲਾਂ ਇੱਕ ਬੈਂਜ਼ੋਇਕ ਐਸਿਡ ਲੈ ਕੇ ਆਪਾਂ ਉਹਦੇ ਵਿੱਚੋਂ H ਪੋਜ਼ਿਟਿਵ ਪਹਿਲਾਂ ਬਾਹਰ ਕੱਢ ਦੇਣਾ ਹੈ। ਠੀਕ ਹੈ, ਠੀਕ ਹੈ, ਆਇਨਾਈਜ਼ ਹੋ ਕੇ ਕਿਆ ਬਣ ਜਾਣਾ,
ਨੈਗੇਟਿਵ ਚਾਰਜ ਆ ਗਿਆ, ਠੀਕ ਹੈ। ਹੁਣ ਇਹ ਵਾਲੀ ਚੀਜ਼ ਨਾਲ H ਪੋਜ਼ਿਟਿਵ ਬਣ ਜਾਂਦਾ, ਠੀਕ ਹੈ। ਇਹ ਕਾਰਬੋਕਸੀਲੇਟ ਆਇਨ ਆ, ਠੀਕ ਹੈ। ਕਾਰਬੋਕਸੀਲੇਟ ਆਇਨਸ ਮੀਨਸ ਕਾਰਬੋਕਸਿਲਿਕ ਐਸਿਡ ਆ ਕੋਈ, ਉਹਦੇ ਉੱਤੇ ਨੈਗੇਟਿਵ ਆਇਨ ਲੱਗਾ ਹੋਇਆ, ਕਾਰਬੋਕਸੀਲੇਟ ਆਇਨ। ਬਟ ਜੇ ਆਪਾਂ ਇਹਨੂੰ ਧਿਆਨ ਦੇ ਨਾਲ ਚੈੱਕ ਕਰੀਏ, ਠੀਕ ਹੈ, ਜੇ ਹੁਣ ਆਪਾਂ ਇਹਦੀ ਰੈਜ਼ੋਨੈਂਸ ਕਰਕੇ ਦੇਖੀਏ, ਰੈਜ਼ੋਨੈਂਸ ਦੇ ਵਿੱਚ ਆਪਾਂ ਦੇਖਣਾ ਕਿ ਇਹ ਵਾਲਾ ਕੰਪਾਊਂਡ ਸਟੇਬਲ ਆ ਜਾਂ ਅਨਸਟੇਬਲ ਆ, ਠੀਕ ਹੈ। ਉਹਨੂੰ ਚੈੱਕ ਕਰਨ ਲਈ ਕੀ ਕੀਤਾ ਆਪਾਂ, ਇਹ ਵਾਲੀ ਚੀਜ਼ ਆ। ਹੁਣ ਮੈਂ ਤੁਹਾਨੂੰ ਦੱਸਿਆ ਹੋਇਆ -m ਤੇ +m ਕਿਹੜਾ ਇਫੈਕਟ ਹੁੰਦਾ ਆ। ਅਗਰ ਕੋਈ ਐਟਮ ਆਪਣੇ ਇਲੈਕਟ੍ਰੋਨ ਦੇ ਰਿਹਾ, ਡੋਨੇਟ ਕਰ ਰਿਹਾ ਰੈਜ਼ੋਨੈਂਸ ਦੇ ਵਿੱਚ, ਤਾਂ ਆਪਾਂ ਉਹਨੂੰ +m ਬੋਲਦੇ ਹਾਂ ਜਾਂ +r ਵੀ ਬੋਲ ਦਿੰਦੇ ਆ, ਰੈਜ਼ੋਨੈਂਸ ਇਫੈਕਟ ਹੁੰਦਾ, ਠੀਕ ਹੈ। ਅਗਰ ਕੋਈ ਇਲੈਕਟ੍ਰੋਨ ਖਿੱਚ ਰਿਹਾ ਤਾਂ ਆਪਾਂ ਉਹਨੂੰ ਬੋਲਾਂਗੇ -m ਇਫੈਕਟ। ਹੁਣ ਡਬਲ ਬੌਂਡ ਆ, ਇਹਨੇ ਕੀ ਕਰਨਾ, ਇਹ ਵਾਲੇ ਬੌਂਡ ਨੇ ਇਸ ਤਰਫ ਸ਼ਿਫਟ ਹੋ ਜਾਣਾ, ਇਹ ਵਾਲੇ ਬੌਂਡ ਨੇ ਇਸ ਤਰਫ ਆ ਜਾਣਾ ਹੈ, ਠੀਕ ਹੈ। ਠੀਕ ਹੈ, ਤੇ ਹੁਣ ਕੀ ਹੋਇਆ, ਇਹ ਵਾਲਾ ਡਬਲ ਬੌਂਡ ਐਜ਼ ਇਟ ਇਜ਼ ਇੱਥੇ ਚਲ ਗਿਆ, ਕਾਰਬਨ ਇੱਧਰ, ਆਕਸੀਜਨ ਤੇ ਨੈਗੇਟਿਵ ਚਾਰਜ। ਇਹ ਆਕਸੀਜਨ ਕੋਲ 4 ਇਲੈਕਟ੍ਰੋਨ ਤਾਂ ਪਹਿਲਾਂ ਹੀ ਹੁੰਦੇ ਆ, ਇੱਕ ਆਹ ਵਾਲੇ 2 ਇਲੈਕਟ੍ਰੋਨ ਇਹਦੇ ਕੋਲ ਚਲ ਗਏ। ਇਹ ਮੈਂ ਦੱਸਿਆ ਹੋਇਆ, ਜਿੱਧਰ ਇਲੈਕਟ੍ਰੋਨ ਜਾਣੇ ਆ ਨਾ ਉਧਰਲੀ ਸਾਈਡ ਨੈਗੇਟਿਵ ਚਾਰਜ ਆ ਜਾਣਾ, ਠੀਕ ਹੈ, ਨੈਗੇਟਿਵ ਚਾਰਜ। ਤੇ ਜੇ ਇੱਥੋਂ ਇਲੈਕਟ੍ਰੋਨ ਉੱਧਰ ਗਿਆ, ਇਸ ਸਾਈਡ ਕਿਹੜਾ ਚਾਰਜ ਆ ਜਾਣਾ, ਪੋਜ਼ਿਟਿਵ ਚਾਰਜ, ਠੀਕ ਹੈ। ਜੇ ਆਪਾਂ ਇਹਨੂੰ ਥੋੜਾ ਹੋਰ ਐਕਸਟੈਂਡ ਕਰ ਦਈਏ, ਨੈਕਸਟ ਕੇਸ ਦੇ ਵਿੱਚ ਕੀ ਹੋਣਾ, ਜਿਹੜਾ ਇਹ ਵਾਲਾ ਡਬਲ ਬੌਂਡ ਹੈ ਇਹ ਸਾਰਾ ਇਸ ਸਾਈਡ ਸ਼ਿਫਟ ਹੋ ਜਾਣਾ, ਠੀਕ ਹੈ। ਆਹ ਵਾਲੇ ਚਾਰਜ ਨੇ ਇੱਧਰ ਮੂਵ ਹੋ ਜਾਣਾ। ਇਹ ਜਿਹੜਾ ਪੋਜ਼ਿਟਿਵ ਚਾਰਜ ਲੈ ਬੈਂਜ਼ੀਨ ਦੇ ਰਿੰਗ 'ਚ ਮੂਵ ਕਰਨਾ, ਕਿਤੇ ਵੀ ਮੂਵ ਕਰਨਾ, ਇੱਕ ਛੱਡ ਕੇ ਮੂਵ ਹੁੰਦਾ, ਇੱਦਾਂ ਨਹੀਂ ਕਿ ਡਾਇਰੈਕਟ ਇੱਧਰੋਂ ਇਸ ਸਾਈਡ ਆ ਗਿਆ, ਇੱਕ ਪਲੇਸ ਛੱਡ ਕੇ ਅੱਗੇ ਮੂਵ ਹੋਊਗਾ, ਠੀਕ ਹੈ। ਉੱਪਰ ਵਾਲਾ ਸਾਰਾ ਸੇਮ ਚੱਲਦਾ ਪਿਆ, ਇੱਧਰ ਕੀ ਆ ਗਿਆ, ਪੋਜ਼ਿਟਿਵ ਚਾਰਜ। ਫਿਰ ਨੈਕਸਟ ਸਟੈਪ ਦੇ ਵਿੱਚ ਇਹ ਵਾਲੇ ਬੌਂਡ ਨੇ ਇਸ ਸਾਈਡ ਸ਼ਿਫਟ ਹੋ ਜਾਣਾ, ਆਹ ਵਾਲੇ ਪੋਜ਼ਿਟਿਵ ਚਾਰਜ ਇੱਧਰ ਚੱਲ ਜਾਣਾ। 3 ਇਨਫ, ਠੀਕ ਹੈ। ਜੇ ਤੁਹਾਨੂੰ ਇਹ ਸਮਝ ਆ ਗਈ ਵੈਲ ਐਂਡ ਗੁੱਡ ਆ, ਨਹੀਂ ਆਈ ਤਾਂ ਵੀ ਗੋਡੇ ਗੋਡਾ। ਦੇਖੋ ਕਿਉਂਕਿ ਤੁਹਾਨੂੰ ਸਮਝ ਨਹੀਂ ਆ ਰਹੀ, ਫਿਰ ਵੀ ਤੁਸੀਂ ਵੀਡੀਓ ਦੇਖ ਰਹੇ ਵੀ ਇੱਕ ਮਤਲਬ ਕਿ ਤੁਹਾਡੇ ਅੰਦਰ ਇੱਛਾ ਤਾਂ ਹੈ, ਬਸ ਉਹ ਨਹੀਂ ਮਰਨੀ ਚਾਹੀਦੀ, ਸਭ ਠੀਕ ਹੋ ਜਾਣਾ ਬੇਟਾ। ਆਹ ਚੀਜ਼ ਹੋ ਗਈ। ਹੁਣ ਜੇ ਤੁਹਾਨੂੰ ਵੈਸੇ ਹੀ ਕੋਈ ਪੁੱਛੇ ਕਿ ਆਹ ਜਿਹੜੀਆਂ ਇਹ ਵਾਲੀ ਸਟਰਕਚਰ ਦੇਖੋ, ਕਾਰਬਨ ਆ, ਆਕਸੀਜਨ ਤੇ ਇੱਧਰ ਵੀ ਨੈਗੇਟਿਵ ਚਾਰਜ, ਇੱਧਰ ਵੀ ਨੈਗੇਟਿਵ ਚਾਰਜ, ਕਾਰਬਨ ਆਕਸੀਜਨ ਤੇ ਇੱਧਰ ਵੀ ਨੈਗੇਟਿਵ ਚਾਰਜ, ਇੱਧਰ ਵੀ ਨੈਗੇਟਿਵ ਚਾਰਜ, ਕਾਰਬਨ ਦੇ ਨਾਲ ਆਕਸੀਜਨ ਇੱਧਰ ਵੀ ਨੈਗੇਟਿਵ ਚਾਰਜ, ਇੱਧਰ ਵੀ ਨੈਗੇਟਿਵ ਚਾਰਜ। ਕੀ ਇਹ ਕੰਪਾਊਂਡ ਸਟੇਬਲ ਹੋਊਗਾ ਕਿ ਅਨਸਟੇਬਲ ਹੋਊਗਾ? ਨੈਗੇਟਿਵ ਬਿਲਕੁਲ ਕੋਲ ਕੋਲ ਆ, ਠੀਕ ਹੈ। ਨੈਗੇਟਿਵ ਦੇ ਵਿੱਚ ਮੈਕਸਿਮਮ ਰਿਪਲਸ਼ਨ ਹੋਊਗੀ, ਠੀਕ ਹੈ। ਤੁਸੀਂ ਬੇਸਿਕਲੀ ਇਹਨੂੰ ਇਹ ਜਿਹੜਾ ਕਾਰਬੋਕਸੀਲੇਟ ਆਇਨ ਵੀ ਬੋਲ ਦਿੰਦੇ ਆ, ਕਾਰਬੋਕਸੀਲੇਟ ਆਇਨ ਇਨ ਜਨਰਲ ਬੋਲਦੇ ਆ। ਜੇ ਤੁਸੀਂ ਉੱਦਾਂ ਨਾਮ ਲਿਖਣਾ ਹੋਵੇ ਇਹਦਾ, ਇਹ ਕੀ ਹੈ ਸਾਡੇ ਕੋਲ, ਬੈਂਜ਼ੋਇਕ ਐਸਿਡ। ਕਿਆ ਆ? ਬੈਂਜ਼ੋਇਕ ਐਸਿਡ। ਬੈਂਜ਼ੋਇਕ ਐਸਿਡ ਦਾ ਕਿਆ ਬਣੂਗਾ? ਬੈਂਜ਼ੋਏਟ ਆਇਨ। ਕਿਆ ਬਣਨਾ? ਬੈਂਜ਼ੋਏਟ ਆਇਨ, ਠੀਕ ਹੈ। ਹੁਣ ਦੇਖੋ ਜਿਹੜੇ ਆ -m ਇਫੈਕਟ ਆ, ਉਹਦੇ ਕਰਕੇ ਜਿਹੜੀਆਂ ਆ ਅਨਸਟੇਬਲ ਸਟਰਕਚਰਸ ਬਣਦੀਆਂ ਪਈਆਂ। -m ਮੀਨਸ ਰੈਜ਼ੋਨੈਂਸ ਇਫੈਕਟ ਕਰਕੇ ਬੈਂਜ਼ੋਏਟ ਆਇਨ ਆ ਜਿਹੜਾ, ਉਹਦੀ ਜਿਹੜੀ ਕਾਰਬਨ ਆ ਉਹਦੇ ਨਾਲ 2 ਆਕਸੀਜਨਸ ਲੱਗੀਆਂ ਹੋਈਆਂ, ਦੋਨਾਂ ਤੇ ਨੈਗੇਟਿਵ ਚਾਰਜ ਹੋ ਗਿਆ, ਜਿਹਦੇ ਕਰਕੇ ਜਿਹੜਾ ਬੈਂਜ਼ੋਏਟ ਆਇਨ ਕੀ ਹੋ ਗਿਆ? ਅਨਸਟੇਬਲ ਹੋ ਗਿਆ। ਜੇ ਬੈਂਜ਼ੋਏਟ ਆਇਨ ਅਨਸਟੇਬਲ ਹੋ ਗਿਆ ਮਤਲਬ ਕਿਤੇ ਨਾ ਕਿਤੇ ਇਹ ਇਸੇ ਚੀਜ਼ ਦੇ ਵਿੱਚ ਰਹਿਣਾ ਪਸੰਦ ਕਰੂਗਾ, ਠੀਕ ਹੈ। ਦੇਖੋ ਜੇ ਆਹ ਵਾਲੀ ਚੀਜ਼ ਅਨਸਟੇਬਲ ਹੋ ਗਈ, ਅਨਸਟੇਬਲ, ਠੀਕ ਹੈ, ਸਪੈਲਿੰਗ ਸਹੀ ਹੈ ਮੇਰੇ ਅਕੋਰਡਿੰਗ। ਜੇ ਇਹ ਵਾਲੀ ਚੀਜ਼ ਇਹਦੇ ਤੋਂ ਬਣ ਕੇ ਆਹ ਚੀਜ਼ ਅਨਸਟੇਬਲ ਹੁੰਦੀ ਪਈ ਹੈ, ਤੁਸੀਂ 2 ਲੱਤਾਂ ਤੇ ਖੜੇ ਹੋਏ ਆ, ਤੁਸੀਂ ਇੱਕ ਲੱਤ ਤੇ ਖੜੇ ਹੋ ਕੇ ਅਨਸਟੇਬਲ ਹੁੰਦੇ ਹੋਵੋਗੇ,
ਤੁਸੀਂ ਕਿਹੜੀ ਚੀਜ਼ 'ਚ ਰਹਿਣਾ ਪਸੰਦ ਕਰੋਗੇ, ਦੋਹਾਂ ਲੱਤਾਂ ਤੇ, ਠੀਕ ਹੈ। ਮਤਲਬ ਕਿ ਜੇ ਆਹ ਵਾਲੀ ਚੀਜ਼ ਅਨਸਟੇਬਲ ਟੂ ਸਟੇਬਲ ਜਾ ਰਹੀ ਹੈ, ਮੋਰ ਐਸਿਡਿਕ, ਦੇਖ ਲਓ ਜੇ ਅਨਸਟੇਬਲ ਆ ਤੁਹਾਡਾ, ਠੀਕ ਹੈ, ਕੋਈ ਵੀ ਕੰਪਾਊਂਡ, ਜਿਸਲਾ ਉਹ H ਪੋਜ਼ਿਟਿਵ ਰਿਲੀਜ਼ ਕਰਤਾ ਤੇ ਸਟੇਬਲ ਬਣ ਗਿਆ। ਕਿਆ ਸੀਗਾ ਪਹਿਲਾਂ ਅਨਸਟੇਬਲ ਸੀਗਾ, H ਪੋਜ਼ਿਟਿਵ ਰਿਲੀਜ਼ ਕਰਕੇ ਸਟੇਬਲ ਬਣ ਰਿਹਾ, ਮਤਲਬ ਇਹ ਕੀ ਹੋਊਗੀ, ਇਹ ਵਾਲਾ ਕੰਪਾਊਂਡ ਤੁਹਾਡਾ ਮੋਰ ਐਸਿਡਿਕ ਹੋਊਗਾ, ਠੀਕ ਹੈ। ਅਗਰ ਕੋਈ ਚੀਜ਼ ਸਟੇਬਲ ਆ ਤੇ H ਪੋਜ਼ਿਟਿਵ ਰਿਲੀਜ਼ ਕਰਨ ਤੋਂ ਬਾਅਦ ਚ ਅਨਸਟੇਬਲ ਬਣਦੀ ਪਈ ਆ, ਠੀਕ ਹੈ, ਕੀ ਉਹ ਫਿਰ H ਪੋਜ਼ਿਟਿਵ ਦੇਣਾ ਚਾਹੂਗੀ, ਨਹੀਂ। ਇਹਦਾ ਮਤਲਬ ਇਹ ਕੀ ਹੋਊਗੀ, ਲੈਸ ਐਸਿਡਿਕ। ਇਸ ਉੱਦਾਂ ਆ ਇਹ ਸਿੰਪਲ ਮੈਥਡ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਨਾ ਜੋ ਚੀਜ਼, ਠੀਕ ਆ। ਬੈਂਜ਼ੋਇਕ ਐਸਿਡ ਸੀਗਾ, ਉਹ ਤੋਂ ਜਿਹੜਾ ਬੈਂਜ਼ੋਏਟ ਆਇਨ ਬਣਿਆ ਉਹ ਅਨਸਟੇਬਲ ਬਣਿਆ। ਉਹਦੀ ਅਨਸਟੇਬਿਲਿਟੀ ਕਿਹਦੇ ਕਰਕੇ ਹੋਈ ਆ, -M ਰੈਜ਼ੋਨੈਂਸ ਇਫੈਕਟ ਕਰਕੇ, ਠੀਕ ਹੈ, ਜਿਹਦੇ ਵਿੱਚ ਆਕਸੀਜਨ ਤੇ ਨੈਗੇਟਿਵ ਚਾਰਜ ਆ ਗਿਆ, ਜਿਹਦੇ ਕਰਕੇ ਇਹ ਕੰਪਾਊਂਡ ਕਿਆ ਹੋ ਗਿਆ, ਅਨਸਟੇਬਲ ਹੋ ਗਿਆ, ਠੀਕ ਹੈ। ਸੋ ਜਿਹੜਾ ਉੱਪਰ ਵਾਲਾ ਮਾਈਨਸ ਇਫੈਕਟ ਆ, -I ਇਫੈਕਟ ਆ, ਉਹਦੇ ਅਕੋਰਡਿੰਗ ਬੈਂਜ਼ੋਇਕ ਐਸਿਡ ਕੀ ਹੋ ਰਿਹਾ, ਉਹਦੀ ਐਸਿਡਿਕ ਸਟਰੈਂਥ ਇਨਕਰੀਜ਼ ਜ਼ਿਆਦਾ ਹੋ ਰਹੀ ਹੈ, ਮਤਲਬ ਵੱਧ ਰਹੀ ਆ, ਜ਼ਿਆਦਾ ਹੋਣੀ ਚਾਹੀਦੀ ਹੈ। ਬਟ -M ਦੇ ਅਕੋਰਡਿੰਗ ਇਹਦੀ ਐਸਿਡਿਕ ਸਟਰੈਂਥ ਕੀ ਹੋ ਰਹੀ ਹੈ, ਐਸਿਡਿਕ ਸਟਰੈਂਥ ਡਿਕਰੀਜ਼ ਹੋ ਰਹੀ ਹੈ। ਹੁਣ ਦੋ ਇਫੈਕਟ ਆ, ਇੱਕ -M ਇਫੈਕਟ ਆ ਤੇ ਦੂਸਰਾ ਹੈਗਾ -I ਇਫੈਕਟ। ਇਹ ਵਾਲਾ ਇਫੈਕਟ ਕੀ ਕਰ ਰਿਹਾ, ਐਸਿਡਿਕ ਸਟਰੈਂਥ ਨੂੰ ਕੀ ਕਰ ਰਿਹਾ, ਇਹ ਡਿਕਰੀਜ਼ ਕਰ ਰਿਹਾ ਆ, ਤੇ ਇਹ ਵਾਲਾ ਕੀ ਕਰ ਰਿਹਾ, ਐਸਿਡਿਕ ਸਟਰੈਂਥ ਨੂੰ ਇਨਕਰੀਜ਼ ਕਰ ਰਿਹਾ ਆ। ਹੁਣ ਓਵਰਆਲ ਕੀ ਹੋਊਗਾ, ਓਵਰਆਲ ਹੋਊਗਾ ਕਿ ਹੁਣ ਓਵਰਆਲ ਇਨਕਰੀਜ਼ ਜਾਂ ਡਿਕਰੀਜ਼ ਹੋਊਗਾ, ਉਹ ਡਿਪੈਂਡ ਕਰਦਾ ਕਿ ਇਹਨਾਂ ਚੋਂ ਜ਼ਿਆਦਾ ਫੈਕਟਰ ਕਿਹੜਾ ਚੱਲ ਰਿਹਾ, ਜ਼ਿਆਦਾ ਫੈਕਟਰ ਕਿਹੜਾ, ਡੋਮੀਨੈਂਟ ਫੈਕਟਰ ਕਿਹੜਾ ਆ। ਇਹਦੇ ਵਿੱਚੋਂ ਡੋਮੀਨੈਂਟ ਫੈਕਟਰ ਹੈਗਾ -M ਇਫੈਕਟ, ਠੀਕ ਹੈ। ਜੇ ਡੋਮੀਨੈਂਟ ਫੈਕਟਰ ਇਹ ਆ ਤੇ ਇਹਦੀ ਐਸਿਡਿਕ ਸਟਰੈਂਥ ਕੀ ਹੋਊਗੀ, ਐਸਿਡਿਕ ਸਟਰੈਂਥ ਜਿਹੜੀ ਉਹ ਡਿਕਰੀਜ਼ ਹੋਣੀ ਹੈ, ਕਿਆ ਹੋਣੀ ਹੈ, ਡਿਕਰੀਜ਼, ਠੀਕ ਹੈ। ਤੁਸੀਂ ਲਾਸਟ ਦੇ ਵਿੱਚ ਕਨਕਲੂਡ ਕਰਕੇ ਲਿਖ ਦੇਣਾ ਕਿ ਫਾਰਮਿਕ ਐਸਿਡ is stronger acid than benzoic acid, ਠੀਕ ਹੈ। ਇਹਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਆ, benzoic acid is weaker acid than formic acid, ਠੀਕ ਹੈ। ਕੁਐਸਚਨ ਮੈਂ ਇਦਾਂ ਹੀ ਬੋਲਿਆ ਸੀਗਾ ਕਿ ਕਿਹੜਾ ਉਹ ਕੁਐਸਚਨ ਆ ਲਿਖਿਆ ਸੀ, benzoic acid is weaker acid than formic acid। ਹੁਣ ਆਨਸਰ ਦੇ ਵਿੱਚ ਮੈਂ ਇਹ ਲਿਖਤਾ, ਫਾਰਮਿਕ ਐਸਿਡ ਇਜ਼ ਸਟਰੋਂਗਰ ਐਸਿਡ ਦੈਨ ਬੈਂਜ਼ੋਇਕ ਐਸਿਡ, ਠੀਕ ਹੈ। ਹੁਣ ਇਹ ਨਾ ਸੋਚੀ ਜਾਓ ਕਿ ਇੱਕੋ ਹੀ ਚੀਜ਼ ਆ, ਠੀਕ ਹੈ, ਇਹ ਤਕੜਾ ਕਾਤੇ ਆ ਜਾਂ ਇਹ ਮਾੜਾ ਕਾਤੇ ਆ, ਇਹ ਸਟਰੋਂਗ ਕਾਤੇ ਆ ਜਾਂ ਇਹ ਵੀਕ ਕਾਤੇ, ਇੱਕੋ ਹੀ ਚੀਜ਼ ਹੁੰਦੀ, ਠੀਕ ਹੈ। ਇਹ ਟੌਪਿਕ ਆ ਕਾਫੀ ਇੰਪੋਰਟੈਂਟ ਆ, ਠੀਕ ਹੈ, ਇਹਨੂੰ ਸਮਝ ਲੈਣਾ ਚੰਗੀ ਤਰ੍ਹਾਂ, ਠੀਕ ਹੈ। ਯਾਦ ਰੱਖਣਾ ਹਰ ਵਾਰੀ ਜਿਹੜਾ ਫਿਨਾਈਲ ਗਰੁੱਪ ਆ ਉਹਦੇ ਦੋ ਇਫੈਕਟ ਹੁੰਦੇ ਆ, ਇੱਕ -I ਇੱਕ -M, ਠੀਕ ਹੈ। ਜੇ ਤੁਹਾਨੂੰ ਇਹ ਕਲੀਅਰ ਨਹੀਂ ਹੈ -M ਜਾਂ -I ਕਿਹੜੇ ਇਫੈਕਟ ਹੁੰਦੇ, ਇਹਨਾਂ ਦੀ ਵੀਡੀਓ ਵੀ ਬਣੀ ਹੋਈ ਆ, ਇੰਡਕਟਿਵ ਇਫੈਕਟ ਤੇ ਰੈਜ਼ੋਨੈਂਸ ਇਫੈਕਟ ਦੇ ਵਿੱਚ, ਤੁਸੀਂ ਉਹਨੂੰ ਵੀ ਦੇਖ ਸਕਦੇ ਆ। ਓਕੇ ਬੱਚੇ, ਬਾਏ ਸਟੂਡੈਂਟਸ।